ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਨਿਵਾਸ ਕਰਦੇ ਹੋਏ ਸਿੱਖ ਸੰਗਤਾਂ ਦਾ ਉਧਾਰ ਕਰ ਰਹੇ ਹਨ। ਜਿੱਥੇ ਬੇਅੰਤ ਸਿੱਖ ਸੰਗਤਾਂ ਗੁਰਦਰਸ਼ਨਾਂ ਨੂੰ ਚੱਲ ਕੇ ਆਉਂਦੀਆਂ, ਨਜ਼ਰਾਨੇ ਹਾਜ਼ਰ ਕਰਦੀਆਂ ਤੇ ਮਨ ਇੱਛਤ ਵਰਦਾਨ ਸਤਿਗੁਰਾਂ ਕੋਲੋਂ ਪਾਉਂਦੀਆਂ, ਉੱਥੇ ਹੀ ਇੱਕ ਖਸ਼ਤਰੀ ਆਪਣੀ ਪੁੱਤਰੀ ਦਾ ਡੋਲਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਪੁੱਤਰੀ ਨੂੰ ਆਪਣੀ ਦਾਸੀ ਰੂਪ ਦੇ ਵਿੱਚ ਸਵੀਕਾਰ ਕਰੋ, ਅੰਗੀਕਾਰ ਕਰੋ। ਸਿੱਖ ਦੀ ਇਸ ਮਨਸ਼ਾ ਨੂੰ ਪੂਰੀ ਕਰਨ ਵਾਸਤੇ ਸਤਿਗੁਰਾਂ ਨੇ ਉਸ ਦੀ ਪੁੱਤਰੀ ਦੇ ਨਾਲ ਗੁਰਮਰਜ਼ਾਦਾ ਅਨੁਸਾਰ ਦੂਸਰਾ ਵਿਆਹ ਸਤਿਗੁਰਾਂ ਨੇ ਕੀਤਾ ਹੈ। ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਤੇ ਦੂਸਰਾ ਵਿਆਹ ਮਾਤਾ ਸੁੰਦਰੀ ਜੀ ਦੇ ਨਾਲ ਸਤਿਗੁਰਾਂ ਦਾ ਸੰਪੰਨ ਹੋਇਆ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਬ ਇਹ ਭੂਪਤ ਕੀ ਕਥਾ। ਕਵੀ ਜੀ ਕਥਨ ਕਰਦੇ ਆ, ਹੇ ਸਤਸੰਗੀ ਸਰੋਤੇ ਗਣੋ, ਹੁਣ ਇਹ ਜਿਹੜਾ ਭੂਪਤ ਹੋਇਆ, ਰਾਜਾ ਹੋਇਆ ਆਸਾਮ ਦਾ, ਉਸ ਰਾਜੇ ਦੀ ਜਿਹੜੀ ਕਥਾ ਹੈ, ਕਹਿਨ ਬਨੈ ਇਸ ਬਾਨ। ਇਸ ਵੇਲੇ ਉਹ ਕਥਾ ਕਹਿਣੀ ਬਣ ਆਉਂਦੀ ਹੈ। ਆਸਾਮ ਦਾ ਰਾਜਾ ਹੋਇਆ ਰਾਜਾ ਰਾਮ। ਉਹਦਾ ਪੁੱਤਰ ਸੀ ਰਾਜਾ ਰਤਨ ਰਾਏ। ਸੋ ਰਾਜਾ ਰਤਨ ਰਾਏ ਦੀ ਕਥਾ ਜਿਹੜੀ ਹੈ ਉਹ ਇੱਥੇ ਹੁਣ ਕਹਿਣੀ ਬਣਦੀ ਹੈ। ਗਾਨ ਸਰੋਤਾ ਸੁਣੀਐ ਹੈ ਸਕਲ। ਇਹ ਸਰੋਤੇ ਗਣੋ, ਸਤਸੰਗੀ ਗਣੋ, ਸਾਰੀ ਬੜੀ ਇਕਾਗਰਤਾ ਨਾਲ ਇਹ ਜਿਹੜੀ ਰਤਨ ਰਾਏ ਦੀ ਕਥਾ ਹੈ ਉਹ ਸੁਣੋ। ਬਨਹ ਸੁਚੇਤਾ ਸਵਧਾਨ। ਤੇ ਸੁਣਨ ਵਾਸਤੇ ਸੁਚੇਤ ਹੋ ਜਾਓ, ਸਾਵਧਾਨ ਹੋ ਜਾਓ, ਕਿਉਂਕਿ ਸੁਣਨ ਵਾਸਤੇ ਸਾਵਧਾਨਤਾ, ਇਕਾਗਰਤਾ ਬੜੀ ਜ਼ਰੂਰੀ ਹੈ। ਬਿਨਾਂ ਸਾਵਧਾਨ ਇਕਾਗਰਤਾ ਤੋਂ ਸਰਵਣ ਨਹੀਂ ਕੀਤਾ ਜਾਂਦਾ। ਧਿਆਨ ਜਦ ਇਕਾਗਰ ਹੀ ਨਾ ਹੋਵੇ ਤੇ ਕੁਝ ਵੀ ਸੁਣਦਾ ਨਹੀਂ ਹੈ। ਭਾਵੇਂ ਧੁਨੀ ਕੰਨਾਂ ਵਿੱਚ ਪੈ ਰਹੀ ਹੋਵੇ, ਪਰ ਉਸ ਧੁਨੀ ਨੂੰ ਸ਼ਬਦ ਦਾ ਰੂਪ ਦੇ ਕੇ ਤੇ ਸਰਵਣ ਕਰਨਾ ਇਹ ਸੁਰਤ ਦਾ ਕਾਰਜ ਹੈ। ਤੇ ਸੁਰਤ ਹੀ ਇਕਾਗਰ ਨਾ ਹੋਈ ਤੇ ਕੰਨਾਂ ਦੁਆਰਾ ਮਾਤਰ ਸੁਣੀ ਧੁਨੀ ਜਿਹੜੀ ਹੈ ਉਹ ਕਿਸੇ ਅਰਥ ਨਹੀਂ ਹੈ। ਇਸ ਵਾਸਤੇ ਭਾਈ ਇਕਾਗਰਤਾ ਧਾਰਨ ਕਰਦਿਆਂ ਸੁਚੇਤ ਹੋ ਕੇ ਸੁਣੋ।
ਚੌਪਈ ਸ੍ਰੀ ਗੁਰ ਤੇਗ ਬਹਾਦਰ ਧੀਰਾ। ਧੀਰਜ ਧਾਰੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ। ਗਮਨੇ ਦੇਸ਼ ਕਾਮਰੂ ਤੀਰਾ। ਸਤਿਗੁਰੂ ਜੀ ਜਦੋਂ ਕਾਮਰੂਪ ਦੇਸ਼ ਨੂੰ ਗਏ ਸੀ, ਪਿਛੇ ਸਾਖੀ ਆਪ ਸਰਵਣ ਕਰ ਚੁੱਕੇ ਹੋ ਕਿ ਜਿਸ ਵੇਲੇ ਬਿਸ਼ਨ ਸਿੰਘ ਰਾਜੇ ਨੇ, ਜੋ ਜੋਧਪੁਰ ਦਾ ਜੈਪੁਰ ਦਾ ਰਾਜਾ ਸੀ, ਜੈਪੁਰ ਦੇ ਰਾਜੇ ਬਿਸ਼ਨ ਸਿੰਘ ਮਾਨ ਸਿੰਘ ਦਾ ਪੋਤਰਾ ਸੀ, ਤੇ ਬਿਸ਼ਨ ਸਿੰਘ ਨੇ ਜਿਸ ਵੇਲੇ ਇਹ ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਸਤਿਗੁਰਾਂ ਨੂੰ ਕਾਮਰੂਪ ਦੇਸ਼ ਤੇ ਚੜ੍ਹਾਈ ਕਰਨ ਵਾਸਤੇ ਨਾਲ ਖੜਿਆ। ਬਿਸ਼ਨ ਸਿੰਘ ਨ੍ਰਿਪ ਕਾਜ ਬਨਾਇਓ। ਸਤਿਗੁਰਾਂ ਨੇ ਕਾਮਰੂਪ ਦੇਸ਼ ਵਿੱਚ ਜਾ ਕੇ ਬਿਸ਼ਨ ਸਿੰਘ ਰਾਜੇ ਦਾ ਜਿਹੜਾ ਕਾਜ ਸੀ ਉਹ ਸੰਪੰਨ ਕਰਵਾਇਆ। ਇਸ ਨਰਿੰਦਰ ਕੋ ਬੋਲ ਮਿਲਾਇਓ। ਜਿਹੜਾ ਕਾਮਰੂਪ ਦੇਸ਼ ਦਾ ਰਾਜਾ ਸੀ ਉਹਨੂੰ ਵੀ ਸੱਦਿਆ, ਬਿਸ਼ਨ ਸਿੰਘ ਰਾਜੇ ਨੂੰ ਕੋਲ ਬੁਲਾਇਆ, ਦੋਨਾਂ ਦੀ ਸੰਧੀ ਕਰਵਾ ਦਿੱਤੀ ਸੀ। ਕਿਉਂਕਿ ਦਿੱਲੀ ਨਰੇਸ਼ ਔਰੰਗਜ਼ੇਬ ਕਾਮਰੂਪ ਦੇਸ਼ ਤੇ ਫਤਿਹ ਪਾਉਣਾ ਚਾਹੁੰਦਾ ਸੀ, ਕਿਉਂਕਿ ਜਿੰਨੇ ਵੀ ਮੁਗਲੀਆ ਰਾਜੇ ਹੋਏ ਹੈ ਉਹਨਾਂ ਸਾਰਿਆਂ ਨੇ ਹਰ ਸੰਭਵ ਪ੍ਰਯਾਸ ਕੀਤਾ ਕਾਮਰੂਪ ਦੇਸ਼ ਤੇ ਫਤਿਹ ਪਾਉਣ ਦਾ, ਪਰ ਕਿਸੇ ਨੂੰ ਫਤਿਹ ਨਹੀਂ ਹਾਸਲ ਹੋਈ। ਬਿਸ਼ਨ ਸਿੰਘ ਦਾ ਬੜਾ ਤੇਜ ਪ੍ਰਤਾਪ ਵੱਧ ਰਿਹਾ ਸੀ। ਵੱਧਦਾ ਵੇਖ ਔਰੰਗਜ਼ੇਬ ਕੂਟਨੀਤੀ ਨਿਪੁੰਨ ਸੋਚਦਾ ਜੇ ਅਧਿਕ ਵੱਧ ਗਿਆ ਮੇਰੇ ਅੱਗੇ ਖੜੇਗਾ, ਕਿਉਂ ਨਾ ਇਹਨੂੰ ਕਾਮਰੂਪ ਦੇਸ਼ ਤੇ ਚੜ੍ਹਾਈ ਕਰਕੇ ਭੇਜੀਏ। ਜਿੱਤਿਆ ਤੇ ਲਾਭ ਮੇਰਾ ਹੈ, ਤੇ ਜੇ ਮਰ ਮੁੱਕ ਗਿਆ ਤਾਂ ਵੀ ਲਾਭ ਮੇਰਾ ਹੀ ਹੈ। ਇਸ ਤਰ੍ਹਾਂ ਕੂਟਨੀਤੀ ਨਾਲ ਔਰੰਗਜ਼ੇਬ ਨੇ ਬਿਸ਼ਨ ਸਿੰਘ ਨੂੰ ਕਾਮਰੂਪ ਦੇਸ਼ ਤੇ ਚੜ੍ਹਾਈ ਕਰਾ ਕੇ ਭੇਜਿਆ ਸੀ। ਤੇ ਬਿਸ਼ਨ ਸਿੰਘ ਨੇ ਸਤਿਗੁਰਾਂ ਦੀ ਮਦਦ ਮੰਗੀ ਸੀ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਜਾ ਕੇ ਤੇ ਬਿਸ਼ਨ ਸਿੰਘ ਤੇ ਕਾਮਰੂਪ ਦੇਸ਼ ਰਾਜੇ ਦੀ ਸੰਧੀ ਕਰਵਾ ਦਿੱਤੀ, ਲੜਾਈ ਮੁਕਾਈ ਦਿੱਤੀ, ਝਗੜਾ ਮੇਟ ਹੀ ਦਿੱਤਾ, ਆਪਸੀ ਮੇਲ ਜੋਲ ਕਰਵਾ ਦਿੱਤਾ ਸੀ। ਜਬ ਏਤ ਐਬੇ ਕੀਨੀ ਤਿਆਰੀ। ਕਿਉਂ ਸੰਧੀ ਕਰਵਾ ਕੇ ਤੇ ਜਦੋਂ ਸਤਿਗੁਰੂ ਜੀ ਵਾਪਸ ਆਉਣ ਲੱਗੇ ਪਟਨੇ ਨੂੰ, ਅਸਾਮ ਤੋਂ, ਜਦੋਂ ਕਾਮਰੂਪ ਦੇਸ਼ ਤੋਂ ਸਤਿਗੁਰੂ ਜੀ ਵਾਪਸ ਪਟਨੇ ਆਉਣ ਲੱਗੇ, ਪਸਰਿਓ ਸੁਜਾਸ ਜਹਾਂ ਕਹਿ ਭਾਰੀ। ਸਤਿਗੁਰਾਂ ਦਾ ਤੇ ਜਹਾਂ ਕਹਾਂ ਜਿੱਥੇ ਕਿਥੇ ਭਾਰੀ ਵੱਡਾ ਜਸ ਫੈਲਿਆ ਹੋਇਆ ਸੀ ਜਾਂ ਹੋਰ ਅਧਿਕ ਫੈਲ ਗਿਆ। ਦੇਸ਼ ਅਸਾਮ ਕੀਰ ਮਹਿਪਾਲਾ। ਤੇ ਉੱਥੇ ਅਸਾਮ ਦੇਸ਼ ਦਾ ਇੱਕ ਮਹਿਪਾਲ ਸੀ, ਰਾਜਾ ਸੀ, ਜਿਸ ਕੇ ਪੁੱਤਰ ਨਾ ਹੋਏ ਕਿਸ ਕਾਲਾ। ਉਹਦੇ ਘਰੇ ਪੁੱਤਰ ਨਹੀਂ ਸੀ ਹੁੰਦਾ। ਅਸਾਮ ਦਾ ਰਾਜਾ ਜਿਹੜਾ ਰਾਜਾ ਰਾਮ ਸੀ, ਉਹਦੇ ਘਰੇ ਸੰਤਾਨ ਨਹੀਂ ਸੀ ਹੁੰਦੀ। ਚਿਰਕਾਲ ਬੀਤ ਗਿਆ, ਲੰਮਾ ਸਮਾਂ ਗੁਜ਼ਰ ਗਿਆ। ਕਰ ਕਰ ਥਕਿਓ ਅਨਕ ਉਪਚਾਰ। ਬੜੇ ਉਪਚਾਰ, ਬੜੇ ਯਤਨ ਕਰਕੇ ਰਾਜਾ ਰਾਮ ਥੱਕ ਗਿਆ। ਬੜੇ ਯਤਨ ਕੀਤੇ, ਹਰ ਤਰ੍ਹਾਂ ਦੇ ਹਕੀਮਾਂ ਪਾਸ ਜਾ ਕੇ ਦਵਾਈ ਦਾਰੂ ਵੀ ਕੀਤੇ, ਪੀਰਾਂ ਫਕੀਰਾਂ ਦੀਆਂ ਜਗ੍ਹਾਵਾਂ ਤੇ ਜਾ ਕੇ ਵੀ ਤੇਲ ਪਾਏ, ਦੀਵੇ ਜਗਾਏ, ਸਖੀ ਸਰਵਰ ਆਦ ਮੜੀਆਂ ਮਸਾਣਾ, ਕੋਈ ਥਾਂ ਟਿਕਾਣਾ ਛੱਡਿਆ ਹੀ ਨਹੀਂ। ਜਿੱਥੇ ਵੀ ਕਿਸੇ ਨੇ ਦੱਸ ਪਾਈ ਉੱਥੇ ਹੀ ਗਿਆ ਕਿ ਮੈਨੂੰ ਪੁੱਤਰ ਮਿਲ ਜਾਵੇ, ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ। ਸੋ ਹਰ ਤਰ੍ਹਾਂ ਦੇ ਪ੍ਰਯਾਸ ਰਾਜਾ ਰਾਮ ਨੇ ਕੀਤੇ ਹੈ।
ਬੀਤ ਗਇਓ ਤਰੁਣਾ ਪਨਚਾਰ। ਤੇ ਤਰਨਾ ਪਰ ਯੁਵਾ ਅਵਸਥਾ ਵੀ ਬਤੀਤ ਹੋ ਗਈ। ਜਿਹੜੀ ਚਾਰ ਸੁੰਦਰ ਅਵਸਥਾ ਹੁੰਦੀ ਹੈ ਨਾ ਜਵਾਨੀ, ਉਹ ਵੀ ਸਾਰੀ ਗੁਜ਼ਰ ਗਈ। ਘਰੇ ਸੰਤਾਨ ਨਾ ਹੋਈ। ਸੁਨ ਕੈ ਗੁਰ ਜਸ ਮੁਦਤ ਬਿਲੰਦ। ਸਤਿਗੁਰਾਂ ਦਾ ਜਸ ਸੁਣਿਆ ਰਾਜਾ ਰਾਮ ਨੇ ਕਿ ਸਤਿਗੁਰੂ ਜੀ ਬੜੇ ਬਿਲੰਦ ਹਨ, ਬੜੇ ਭਾਰੀ ਹਨ, ਸਮਰੱਥ ਹਨ। ਜਾਨਕੀ ਪੁਰ ਹੈ ਕਾਮਨਾ ਬ੍ਰਿੰਦ। ਤੇ ਆਪਣੇ ਜਨਾਂ ਦੀਆਂ, ਆਪਣੇ ਦਾਸਾਂ ਦੀਆਂ ਸਾਰੀਆਂ ਕਾਮਨਾਵਾਂ, ਇੱਛਾਵਾਂ ਪੂਰਨ ਕਰਦੇ ਹਨ। ਅੰਤఃਪੁਰ ਕੋਲੇ ਨਿਜ ਸਾਥ। ਤੇ ਸੁਣ ਕੇ ਬੜੀ ਮਨ ਵਿੱਚ ਖੁਸ਼ੀ ਹੋਈ, ਨਵੀਂ ਆਸ ਜਾਗੀ ਕਿ ਸਤਿਗੁਰੂ ਜੀ ਸਮਰੱਥ ਹਨ ਤੇ ਮੇਰੇ ਤੇ ਅਵਸ਼ ਹੀ ਕਿਰਪਾ ਕਰਕੇ ਮੈਨੂੰ ਪੁੱਤਰ ਦੀ ਦਾਤ ਬਖਸ਼ਣਗੇ। ਆਪਣੇ ਅੰਤঃਪੁਰ ਆਪਣੀ ਰਾਣੀ ਨੂੰ ਨਾਲ ਲੈ ਕੇ ਤੇ ਰਾਜਾ ਰਾਮ ਸਤਿਗੁਰਾਂ ਵੱਲ ਚੱਲ ਪਿਆ। ਮਿਲਿਓ ਆਏ ਜਹ ਸਤਿਗੁਰ ਨਾਥ। ਜਿੱਥੇ ਸੁਆਮੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪੜਾਅ ਲੱਗਾ ਹੋਇਆ ਸੀ, ਕਾਮਰੂਪ ਦੇਸ਼ ਦੀ ਹੱਦ ਤੇ ਸਤਿਗੁਰਾਂ ਦਾ ਪੜਾਅ ਲੱਗਾ ਸੀ। ਸਤਿਗੁਰਾਂ ਨੂੰ ਆ ਕੇ ਅਸਾਮ ਨਰੇਸ਼ ਮਿਲਿਆ। ਅਨਕ ਅਕੋਰ ਅਰਪ ਕਰ ਧਰੇ। ਅਨੇਕਾਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀਆਂ, ਮਾਮਲਾ ਰੱਖਿਆ, ਹੋਰ ਸ਼ਸਤਰ ਬਸਤਰ ਹਾਜ਼ਰ ਕੀਤੇ, ਬੜੀਆਂ ਸੋਹਣੀਆਂ ਕੀਮਤੀ ਵਸਤੂਆਂ, ਫਿਰ ਫਲ ਫਰੂਟ ਲੈ ਕੇ ਬੇਅੰਤ ਆਇਆ। ਗੁਰੂ ਚਰਨਾਂ ਵਿੱਚ ਇਹੋ ਨਜ਼ਰਾਨੇ ਹਾਜ਼ਰ ਕੀਤੇ। ਦੋ ਕਰ ਜੋਰ ਨਿਹੋਰਨ ਕਰੇ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਨੂੰ ਨਿਹੋਰਿਆ, ਸਤਿਗੁਰਾਂ ਨੂੰ ਪੂਜਿਆ। ਸੋਤ ਅਬਿਲਾਖਾ ਅਰਜ਼ ਗੁਜਾਰੀ। ਪੁੱਤਰ ਦੀ ਅਬਿਲਾਖਾ ਇੱਛਾ ਦੀ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ। ਹੈ ਸਤਿਗੁਰੂ ਜੀ, ਪੁੱਤਰ ਦੀ ਮਨਸ਼ਾ ਲੈ ਕੇ ਤੁਹਾਡੇ ਚਰਨਾਂ ਵਿੱਚ ਆਇਆ ਹਾਂ। ਬੜਾ ਲੰਮਾ ਸਮਾਂ ਗੁਜ਼ਰ ਗਿਆ, ਵਿਵਾਹ ਹੋਏ ਨੂੰ ਤੇ ਕਿੰਨੇ ਸਾਲ ਲੰਘ ਗਏ ਹੈ, ਯੁਵਾ ਅਵਸਥਾ ਵੀ ਗੁਜ਼ਰ ਗਈ ਹੈ ਤੇ ਉਮਰਾਂ ਢਲ ਗਈ ਹੈ, ਸਰੀਰ ਸਿਥਲ ਹੋ ਰਿਹਾ ਹੈ। ਪਰ ਰਾਜ ਭਾਗ ਦੀ ਵਾਗ ਡੋਰ ਸੰਭਾਲਣ ਵਾਲਾ ਕੋਈ ਕੁਮਾਰ ਨੇ ਜਨਮ ਨਹੀਂ ਲਿਆ। ਰਾਜ ਭਾਗ ਦੀ ਵਾਗ ਡੋਰ ਸੰਭਾਲਣ ਵਾਲਾ ਕੋਈ ਰਾਜਕੁਮਾਰ ਘਰ ਵਿੱਚ ਨਹੀਂ ਆਇਆ। ਸੋ ਪੁੱਤਰ ਪ੍ਰਾਪਤੀ ਦੀ ਇੱਛਾ ਨਾਲ ਆਪ ਜੀ ਦੇ ਚਰਨਾਂ ਵਿੱਚ ਆਏ ਹਾਂ, ਕਿਰਪਾ ਕਰੋ। ਰਾਜਾ ਰਾਮ ਨੇ ਬੜੀ ਨਿਮਰਤਾ ਨਾਲ ਸਤਿਗੁਰਾਂ ਦੇ ਅੱਗੋਂ ਬੇਨਤੀ ਕੀਤੀ। ਸੋਨ ਕਰ ਸਤਿਗੁਰ ਕਰਨਾ ਧਾਰੀ। ਰਾਜੇ ਰਾਮ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਕਿਰਪਾ ਰਸ ਵਿੱਚ ਆਏ, ਸਤਿਗੁਰਾਂ ਮਿਹਰ ਕੀਤੀ। ਹੁਤੀ ਹੱਥ ਮਹਿ ਅਸ਼ਰ ਛਾਪ। ਸਤਿਗੁਰਾਂ ਦੇ ਕਰ ਕਮਲਾਂ ਦੇ ਵਿੱਚ ਇੱਕ ਮੋਹਰ ਛਾਪ ਸੀ। ਸਤਿਗੁਰਾਂ ਦੇ ਕੋਲ ਇੱਕ ਮੋਹਰ ਸੀ ਜਿਹਦੇ ਉੱਤੇ ਛਪਿਆ ਹੋਇਆ ਸੀ। ਨਿਪਤ ਉਰੂ ਪਰ ਲਾਈ ਆਪ। ਸਤਿਗੁਰਾਂ ਕਿਰਪਾ ਕੀਤੀ, ਆਪਣੇ ਕਰ ਕਮਲਾਂ ਨਾਲ ਰਾਜੇ ਰਾਮ ਦੇ ਉਰੂ ਦੇ ਉੱਤੇ, ਪੱਟ ਦੇ ਉੱਤੇ ਉਹ ਮੋਹਰ ਲਾ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਓ ਬਾਕ ਬਾਰ ਕੋ ਤਬ ਤਿਸੈ। ਤੇ ਵਰ ਵਾਲਾ ਬਚਨ ਕੀਤਾ ਸਤਿਗੁਰਾਂ, ਰਾਜੇ ਰਾਮ ਨੂੰ ਵਰ ਦਿੱਤਾ ਸਤਿਗੁਰਾਂ। ਉਪਜੈ ਪੁੱਤਰ ਤੋਹੇ ਘਰ ਬਿਸੈ। ਇਹ ਅਸਾਮ ਨਰੇਸ਼, ਤੇਰੇ ਘਰ ਵਿੱਚ ਹੁਣ ਪੁੱਤਰ ਪ੍ਰਾਪਤ ਪੈਦਾ ਹੋਵੇਗਾ। ਤੈਨੂੰ ਪੁੱਤਰ ਦੀ ਦਾਤ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਮਿਲ ਗਈ ਹੈ।
ਤਿਸ ਕੇ ਸਿਰ ਪਰ ਮੁਹਰ ਹਮਾਰੀ। ਤੇ ਅਸੀਂ ਇੱਕ ਚਿੰਨ, ਇੱਕ ਨਿਸ਼ਾਨੀ ਤੇਰੇ ਲਾਈ ਹੈ, ਤੇ ਉਹ ਨਿਸ਼ਾਨੀ, ਉਹ ਮੋਹਰ ਦਾ ਚਿੰਨ ਉਸ ਬਾਲਕ ਦੇ, ਉਸ ਤੇਰੇ ਫਰਜ਼ੰਦ ਦੇ, ਤੇਰੇ ਪੁੱਤਰ ਦੇ ਮੱਥੇ ਤੇ ਹੋਵੇਗਾ। ਹੋਇ ਹੈ ਚਿੰਨਤ ਸੋ ਬੈ ਸਾਰੀ। ਤੇ ਉਹ ਚਿੰਨ ਸਾਰੀ ਉਮਰ ਰਹੇਗਾ। ਚਿੰਨ ਅਸੀਂ ਤਾਂ ਲਾ ਰਹੇ ਹਾਂ ਕਿਉਂਕਿ ਤੂੰ ਬੜੇ ਪੀਰ ਫਕੀਰ ਮਨਾਏ ਹੈ। ਹਰ ਪੀਰਾਂ ਫਕੀਰਾਂ ਮੜੀਆਂ ਮਸਾਣਾ ਤੇ ਤੂੰ ਗਿਆ ਹੈ। ਕੋਈ ਥਾਂ ਟਿਕਾਣਾ ਛੱਡਿਆ ਨਹੀਂ। ਪਹਾੜਾਂ ਦੀਆਂ ਗੁਫਾਵਾਂ 'ਚ ਤੂੰ ਗਿਆ, ਕੰਦਰਾਂ 'ਚ ਤੂੰ ਗਿਆ, ਪਹਾੜਾਂ ਦੀਆਂ ਚੋਟੀਆਂ 'ਤੇ ਜਾ ਕੇ ਤੂੰ ਨੱਕ ਰਗੜਿਆ। ਹੁਣ ਤੇਰੇ ਘਰੇ ਪੁੱਤਰ ਹੋਣਾ ਹੈ ਤੇ ਤੇਰੇ ਮਨ 'ਚ ਇਸ ਗੱਲ ਦੀ ਦੁਬਿਧਾ ਨਾ ਰਵੇ ਕਿ ਪਤਾ ਨਹੀਂ ਇਹ ਪੁੱਤਰ ਫਲਾਣੇ ਪੀਰ ਦੇ ਕੋਲ ਗਿਆ ਸੀ, ਉੱਧਰੋਂ ਮਿਲਿਆ, ਫਲਾਣੇ ਕੋਲ ਗਿਆ ਸੀ, ਉਹਨੇ ਕਿਰਪਾ ਕੀਤੀ। ਤੈਨੂੰ ਸਵੈਮ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਆਉਣਾ ਕਿ ਇਹ ਪੁੱਤਰ ਸੱਚੀ ਮੁੱਚੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਹੀ ਮਿਲਿਆ। ਅਸੀਂ ਮੋਹਰ ਛਾਪ ਤਾਂ ਲਾ ਰਹੇ ਹਾਂ ਤੇਰੇ ਪੱਟ ਤੇ, ਜਿਹੜਾ ਇਹ ਚਿੰਨ੍ਹ ਪਾਇਆ ਨਾ ਅਸੀਂ, ਇਹ ਉਸ ਪੁੱਤਰ ਦੇ ਮੱਥੇ ਤੇ ਚਿੰਨ੍ਹ ਹੋਵੇਗਾ। ਜੇ ਤੇ ਹੋਇਆ ਤੇ ਨਿਸ਼ਚਿਤਤਾ ਰੂਪ ਦੇ ਵਿੱਚ ਵਿਸ਼ਵਾਸ ਕਰੀਂ ਕਿ ਗੁਰੂ ਨਾਨਕ ਦੇਵ ਜੀ ਦੇ ਘਰੋਂ ਦਾਤ ਮਿਲੀ ਹੈ। ਤੇ ਜੇ ਮੋਹਰ ਛਾਪ ਨਾ ਹੋਈ ਫਿਰ ਜੋ ਮਰਜ਼ੀ ਸਮਝ ਲਵੇਂ। ਇਹ ਕਾਰਨ ਹੈ ਸਾਡਾ ਇਹ ਮੋਹਰ ਛਾਪ ਲਾਉਣ ਦਾ। ਉਹ ਪੁੱਤਰ ਦੇ ਮੱਥੇ ਤੇ ਚਿੰਨ੍ਹ ਹੋਵੇਗਾ। ਗੁਰ ਤੇ ਲੈ ਕਰ ਨ੍ਰਿਪ ਘਰ ਗਇਓ। ਸਤਿਗੁਰਾਂ ਕੋਲੋਂ ਵਰ ਲੈ ਕੇ ਰਾਜਾ ਰਾਮ ਆਪਣੇ ਘਰ ਨੂੰ, ਰਾਜ ਮਹੱਲਾਂ ਨੂੰ ਚਲਿਆ ਗਿਆ। ਇਕ ਸੰਮਤ ਮਹਿ ਸੁਤ ਉਪਜਿਓ। ਸਾਲ ਮਗਰੋਂ ਰਾਜੇ ਦੇ ਘਰੇ ਪੁੱਤਰ ਪੈਦਾ ਹੋਇਆ। ਅਨਕ ਆਨੰਦ ਬਜਾਏ ਵਧਾਈ। ਬਹੁਤ ਆਨੰਦ ਹੋਇਆ। ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਕਿਉਂਕਿ ਬੜੇ ਲੰਮੇ ਅਰਸੇ ਮਗਰੋਂ, ਲੰਮੇ ਸਮੇਂ ਮਗਰੋਂ ਪੁੱਤਰ ਹੋਇਆ। ਪੁੱਤਰ ਤੇ ਸੁਭਾਵਿਕ ਹੀ ਘਰ ਵਿੱਚ ਹੋ ਜਾਵੇ ਤੇ ਖੁਸ਼ੀਆਂ, ਖੇੜੇ, ਆਨੰਦ, ਮੰਗਲ ਘਰ ਵਿੱਚ ਹੋਣ ਲੱਗ ਪੈਂਦੇ ਆ। ਤੇ ਜਿਸ ਦੇ ਘਰੇ ਇੰਨੇ ਲੰਮੇ ਸਮੇਂ ਮਗਰੋਂ ਪੁੱਤਰ ਹੋਇਆ ਹੋਵੇ ਤੇ ਉਹ ਵੀ ਰਾਜਾ ਹੋਵੇ ਤੇ ਰਾਜੇ ਦੇ ਘਰ ਵਿੱਚ ਪੁੱਤਰ ਹੋਵੇ ਤੇ ਰਾਜਾ ਫਿਰ ਖੁਸ਼ੀਆਂ ਕਿਉਂ ਨਾ ਮਨਾਵੇ। ਹਰ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਬਹੁਤ ਦਾਨ ਪੁੰਨ ਰਾਜੇ ਵੱਲੋਂ ਕੀਤੇ ਗਏ। ਵੰਟਿਓ ਦਰਬ ਨਰਨ ਸਮੁਦਾਈ। ਬਹੁਤ ਧਨ ਵੰਡਿਆ ਗਿਆ ਅਤਿਥੀ ਲੋੜਵੰਦ ਗਰੀਬਾਂ ਵਿੱਚ। ਪ੍ਰਤ ਪਾਰਿਓ ਪ੍ਰੇ ਪੁੱਤਰ ਬਡੇਰਾ। ਇਹ ਪ੍ਰਿਯ ਪੁੱਤਰ ਨੂੰ ਪਾਲਿਆ ਹੈ ਰਾਜੇ ਰਾਮ ਨੇ ਤੇ ਵੱਡਾ ਕੀਤਾ ਪੁੱਤਰ ਪਾਲ ਕੇ। ਕਰਤਾ ਪ੍ਰਤੀਖਨ ਚੇਰਾ ਨਹਿ ਹੇਰਾ। ਤੇ ਪ੍ਰਤੀਖਤ ਨਾਮ ਉਡੀਕ ਕਰਦਿਆਂ ਹੋਇਆ ਰਾਜਾ ਜਿਹੜਾ ਹੈ ਨਾ ਉਹ ਚਿਰ ਨਹਿ ਹੇਰਾ, ਭਾਵ ਕਿ ਦੀਰਘ ਕਾਲ ਤੱਕ ਆਪਣੇ ਪੁੱਤਰ ਨੂੰ ਵੇਖ ਨਹੀਂ ਸਕਿਆ ਰਾਜਾ। ਕਰਹਿ ਦੁਲਾਰਨ ਹਰਖਤ ਹੋਏ। ਤੇ ਬੜਾ ਖੁਸ਼ ਹੋ ਕੇ ਪੁੱਤਰ ਨੂੰ ਲਾਡ ਲਡਾਉਂਦਾ ਹੈ। ਗੁਰ ਜਸ ਉਚਰਹਿ ਦੰਪਤ ਦੋਏ। ਦੰਪਤੀ ਦੋਨੋਂ ਪਤੀ ਪਤਨੀ, ਰਾਜਾ ਰਾਮ ਤੇ ਉਹਦੀ ਪਤਨੀ ਸਤਿਗੁਰਾਂ ਦਾ ਜਸ ਕਰਦੇ ਕਿਉਂ ਮੋਹਰ ਛਾਪ ਬਾਲਕ ਦੇ ਮੱਥੇ ਤੇ ਹੈ। ਇਸ ਵਾਸਤੇ ਮਨ ਵਿੱਚ ਹੋਰ ਅਧਿਕ ਦ੍ਰਿੜ ਭਰੋਸਾ ਵਿਸ਼ਵਾਸ ਕਿ ਬਖਸ਼ਿਸ਼ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚੋਂ ਹੀ ਹੋਈ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਉਪਮਾ ਕਰਦੇ, ਬੜੀ ਸਲੋਤਾ ਕਰਦੇ ਦੋਨੋਂ ਹੀ। ਸਪਤ ਬਰਖ ਕੋ ਬਾਲਕ ਭਇਓ। ਗੁਰੂ ਪਿਆਰਿਓ, ਬਾਲਕ ਜਿਹੜਾ ਰਤਨ ਰਾਏ ਸੀ ਇਹ 7 ਸਾਲਾਂ ਦਾ ਹਲੇ ਹੋਇਆ। ਬੈਸ ਅੰਤ ਤੇ ਨ੍ਰਿਪ ਮਰ ਗਇਓ। ਤੇ ਰਾਜਾ ਰਾਮ ਦੀ ਆਯੂ ਸਮਾਪਤ ਹੋ ਗਈ।
ਉਮਰਾ ਗੁਜ਼ਰ ਗਈ ਤੇ ਰਾਜਾ ਰਾਮ ਮੌਤ ਵਸ ਹੋ ਗਿਆ। ਰਾਜੇ ਰਾਮ ਨੂੰ ਕਾਲ ਨੇ ਗ੍ਰਸ ਲਿਆ। ਮਾਤ ਰਹੀ ਜੀਵਤ ਪ੍ਰਤਪਾਰਾ। ਤੇ ਰਤਨ ਰਾਏ ਦੀ ਮਾਤਾ ਰਾਜੇ ਰਾਮ ਦੀ ਸੁਪਤਨੀ ਜਿਹੜੀ ਸੀ ਉਹ ਜਿਉਂਦੀ ਰਹੀ। ਮਗਰੋਂ ਉਹ ਆਪਣੇ ਪੁੱਤਰ ਦੀ ਪਰਵਰਿਸ਼ ਕਰਦੀ ਰਹੀ, ਪੁੱਤਰ ਨੂੰ ਪਾਲਦੀ ਰਹੀ। ਤਬ ਨ੍ਰਿਪ ਸੁਤ ਨਿਜ ਸੁਰਤ ਸੰਭਾਰਾ। ਫਿਰ ਹੌਲੀ ਹੌਲੀ ਜਦੋਂ ਰਾਜੇ ਦੇ ਪੁੱਤਰ ਨੇ ਰਤਨ ਰਾਏ ਨੇ ਆਪਣੀ ਸੁਰਤ ਸੰਭਾਲੀ ਹੈ, ਜਦੋਂ ਯੁਵਾ ਅਵਸਥਾ ਵਿੱਚ ਆਇਆ, ਦੁਆਦਸ਼ ਸੰਮਤ ਕੋ ਜਬ ਹੋਵਾ। ਜਦੋਂ 12 ਕੁ ਸਾਲਾਂ ਕਿਸ਼ੋਰਾ ਅਵਸਥਾ ਹੁੰਦੀ 12 ਸਾਲਾਂ ਦੀ, ਸੋ 12 ਕੁ ਸਾਲਾਂ ਦਾ ਜਦੋਂ ਹੋਇਆ, ਇੱਕ ਦਿਨ ਮੁਕਰ ਭਲੀ ਬਿਦ ਜੋਵਾ। ਤੇ ਇੱਕ ਦਿਨ ਮੁਕਰ ਵੇਖ ਰਿਹਾ ਸੀ, ਸੀਸਾ ਵੇਖ ਰਿਹਾ ਸੀ। ਗੰਗਾ ਕਰਹਿ ਸੋ ਕੇਸਨ ਮਾਹੇ। ਤੇ ਕੰਘਾ ਕਰ ਰਿਹਾ ਸੀ ਕੇਸਾਂ ਵਿੱਚ। ਵੇਖੋ ਕਿੱਡਾ ਪ੍ਰਮਾਣ ਹੈ। ਇਹ ਸਤਿਗੁਰਾਂ ਦੇ ਸਿੱਖ ਜਾਂ ਗੁਰਾਂ ਦੇ ਬਚਨਾਂ ਕਰਕੇ ਜਿਨ੍ਹਾਂ ਦਾ ਜਨਮ ਹੋਇਆ ਉਹ ਕੇਸਾਂ ਧਾਰੀ ਗੁਰੂ ਦੇ ਪਿਆਰੇ ਗੁਰਸਿੱਖ ਹਨ। ਸਤਿਗੁਰਾਂ ਨੇ ਰਤਨ ਰਾਜਾ ਰਾਮ ਨੂੰ ਵੀ ਕਿਉਂ ਨਾ ਇਹ ਪ੍ਰੇਰਨਾ ਦਿੱਤੀ ਹੋਵੇਗੀ ਕਿ ਕੇਸਾ ਧਾਰੀ ਹੋਵੋ, ਸਤਿਗੁਰਾਂ ਦੇ ਸਿੱਖ ਬਣੇ। ਗੁਰਾਂ ਇਹ ਬਚਨ ਕੀਤਾ ਕਿ ਹੇ ਰਾਜਾ ਰਾਮ, ਕੇਸਾ ਧਾਰੀ ਹੋ ਕੇ ਗੁਰੂ ਦੇ ਸਿੱਖ ਸਜੋ ਘਰੇ ਅਵਸ਼ ਹੀ ਕਿਰਪਾ ਹੋਵੇਗੀ। ਤੇ ਤਥਾ ਹੋਇਆ। ਤੇ ਜਿਹੜਾ ਗੁਰਾਂ ਦੇ ਵਚਨਾਂ ਕਰਕੇ ਪੁੱਤਰ ਜਨਮਿਆ ਹੈ ਰਤਨ ਰਾਏ, ਉਹ ਵੀ ਵੇਖੋ ਕੇਸਾ ਧਾਰੀ ਹੈ। ਤੇ ਇੱਕ ਦਿਨ ਮੁਕਰ ਦੇ ਸਾਹਮਣੇ, ਸੀਸੇ ਦੇ ਸਾਹਮਣੇ ਕੇਸਾਂ ਨੂੰ ਕੰਘਾ ਕਰ ਰਿਹਾ ਸੀ। ਪੁਨ ਜੂਰੋ ਬੰਧਨ ਕੀ ਤਾਹੇ। ਤੇ ਕੰਘਾ ਕਰਕੇ ਫਿਰ ਉਹਨੇ ਕੇਸਾਂ ਦਾ ਜੂੜਾ ਬੰਨਿਆ। ਦੇਖਤ ਮੁਕਰ ਵਿਖੈ ਨਿਜ ਸਿਰ ਕੋ। ਤੇ ਸੀਸੇ ਵਿੱਚੋਂ ਆਪਣਾ ਜਿਹੜਾ ਸਿਰ ਹੈ ਉਹ ਵੇਖ ਰਿਹਾ ਸੀ, ਬੜੇ ਗੌਰ ਨਾਲ ਵੇਖਣ ਲੱਗਾ। ਇਸ ਪਰ ਹੇਰਿਓ ਚਿੰਨ ਮੋਹਰ ਕੋ। ਤੇ ਆਪਣੇ ਮੱਥੇ ਤੇ ਲੱਗਾ ਹੋਇਆ ਮੋਹਰ ਦਾ ਚਿੰਨ ਰਤਨ ਰਾਏ ਨੇ ਸੀਸੇ ਵਿੱਚੋਂ ਵੇਖਿਆ। ਅੰਗੁਰੀ ਸੰਗ ਕੇਸ ਕਉ ਟਾਰੈ। ਤੇ ਉਂਗਲ ਦੇ ਨਾਲ ਜਿਹੜੇ ਕੇਸ ਸੀ ਉਹ ਪਰਾਂ ਹਟਾਏ ਹੈ। ਜਿਹੜੇ ਉਂਗਲੀ ਸੰਗ ਕੇਸ ਕਉ ਟਾਰੈ, ਪਾਸੇ ਕਰਦਾ। ਜਦੋਂ ਦ੍ਰਿਸ਼ਟੀ ਪੈ ਗਈ ਨਾ ਮੋਹਰ ਤੇ ਫਿਰ ਗੌਰ ਨਾਲ ਵੇਖਣ ਵਾਸਤੇ ਕੇਸ ਪਾਸੇ ਹਟਾਏ ਹੈ। ਬਾਰ ਬਾਰ ਸੋ ਥਾਨ ਨਿਹਾਰੈ। ਗੌਰ ਨਾਲ ਵਾਰ-ਵਾਰ ਉਹ ਥਾਂ ਵੇਖ ਰਿਹਾ ਹੈ ਰਤਨ ਰਾਏ। ਨਹੀਂ ਕੇਸ ਜਾਮੇ ਕਿਆ ਹੇਤ। ਤੇ ਵੇਖਦਾ ਕੇਸ ਜੰਮੇ ਹੀ ਨਹੀਂ ਉੱਤੇ, ਕੀ ਕਾਰਨ ਬਣਿਆ। ਲਗੀ ਚੋਟ ਜਬ ਬੈਸ ਅਚੇਤ। ਸੋਚਦਾ ਮਨ ਵਿੱਚ, ਹੋ ਸਕਦਾ ਜਦੋਂ ਮੈਂ ਅਚੇਤ ਹੋਵਾਂਗਾ, ਬਾਲਕ ਹੋਵਾਂਗਾ, ਮੈਨੂੰ ਸੋਝੀ ਨਹੀਂ ਸੀ, ਉਦੋਂ ਮੇਰੇ ਮੱਥੇ ਤੇ ਸੱਟ ਲੱਗੀ ਹੋਣੀ ਹੈ। ਕਿਤੇ ਕੋ ਡਿੱਗ ਗਿਆ ਹੋਵਾਂਗਾ ਤੇ ਸੱਟ ਲੱਗ ਗਈ ਹੋਵੇਗੀ। ਕੈ ਬਿਸਫੋਟ ਨਿਕਸਿਓ ਹੋਏ। ਜਾਂ ਅਚੇਤ ਉਮਰ 'ਚ ਜਦੋਂ ਮੈਨੂੰ ਆਪਣੀ ਸੋਝੀ ਸੁਰਤ ਨਹੀਂ ਸੀ, ਉਦੋਂ ਕੋਈ ਵਿਸਫੋਟ, ਕੋਈ ਫੋੜਾ ਨਿਕਲਿਆ ਹੋਵੇਗਾ ਇੱਥੇ, ਉਹਦਾ ਇਹ ਦਾਗ ਹੈ। ਇਮ ਸੰਸੈ ਨ੍ਰਿਪ ਨੰਦਨ ਕੋਏ। ਇਸ ਤਰ੍ਹਾਂ ਰਤਨ ਰਾਏ ਦੇ ਮਨ ਵਿੱਚ ਸੰਸਾ ਬਣ ਗਿਆ ਹੈ। ਮਨ ਦੇ ਵਿੱਚ ਦੋ ਚਿੱਤੀ ਜੀ ਬਣ ਗਈ ਹੈ ਕਿ ਕੀ ਚੀਜ਼ ਹੈ। ਪਗਿਆ ਬੰਦਤ ਕਰਤ ਵਿਚਾਰਨ। ਨਾਲੇ ਸਿਰ ਤੇ ਦਸਤਾਰ ਸਜਾ ਰਿਹਾ, ਨਾਲੇ ਵਿਚਾਰੀ ਜਾ ਰਿਹਾ, ਸੋਚੀ ਜਾ ਰਿਹਾ ਕੀ ਹੋਇਆ ਹੋਵੇਗਾ, ਭਲਾ ਮੈਨੂੰ ਚੇਤਾ ਹੈ ਕਿ ਨਹੀਂ। ਮੇਰੀ ਸੁਰਤ ਵਿੱਚ ਹੀ ਕੋਈ ਸੱਟ ਪੇਟ ਲੱਗੀ ਹੈ ਜਾਂ ਮੇਰੀ ਸੁਰਤ ਤੋਂ ਪਹਿਲਾਂ ਹੀ ਕੁਝ ਹੋਇਆ ਹੈ। ਜਨਨੀ ਜਾਣਤ ਹੋਏ ਇਸ ਕਾਰਨ। ਫਿਰ ਸੋਚਦਾ ਹੈ ਕਿ ਮੇਰੀ ਮਾਤਾ ਇਹਦਾ ਕਾਰਨ ਅਵਸ਼ ਜਾਣਦੀ ਹੋਵੇਗੀ। ਇਹ ਦਾਗ ਕਿਉਂ ਹੈ ਮੇਰੇ ਮੱਥੇ ਤੇ, ਮੇਰੀ ਮਾਤਾ ਨੂੰ ਪਤਾ ਹੋਵੇਗਾ। ਏਮ ਮਨ ਠਾਨ ਪਿਆਨੋ ਕੀਨ। ਇਸ ਤਰ੍ਹਾਂ ਮਨ ਵਿੱਚ ਸੋਚ ਕੇ ਤੇ ਦਸਤਾਰਾਂ ਸਜਾ ਕੇ ਤੇ ਫਿਰ ਆਪਣੀ ਮਾਤਾ ਪਾਸ ਗਿਆ। ਜਿਹਠਾ ਅੰਤఃਪੁਰ ਆਸੀਨ। ਜਿੱਥੇ ਅੰਤঃਪੁਰ ਵਿੱਚ ਰਾਜ ਮਾਤਾ
ਰਤਨ ਰਾਏ ਦੀ ਮਾਤਾ ਰਾਜ ਮਾਤਾ ਜਿੱਥੇ ਮਹਿਲਾਂ ਵਿੱਚ ਸੀ, ਨਿਕਟ ਬੈਠ ਕਰ ਬੂਝੀ ਤਹਾਂ। ਮਾਤਾ ਦੇ ਕੋਲ ਬੈਠ ਕੇ ਤੇ ਮਾਤਾ ਨੂੰ ਪੁੱਛਦਾ ਹੈ, ਸਿਰ ਮੈਂ ਚਿੰਨ ਹੇਤ ਇਸ ਕਹਾਂ। ਹੇ ਮਾਤੇ, ਮੇਰੇ ਸਿਰ ਦੇ ਵਿੱਚ ਆ ਜਿਹੜਾ ਚਿੰਨ੍ਹ ਹੈ, ਜਿਹੜਾ ਨਿਸ਼ਾਨ ਹੈ, ਇਹ ਕਿਵੇਂ ਪਿਆ ਹੈ? ਇਹ ਨਿਸ਼ਾਨ ਕਿਸ ਤਰ੍ਹਾਂ ਬਣਿਆ ਮੇਰੇ ਮੱਥੇ ਤੇ? ਲਗੀ ਚੋਟ ਕਹਿ ਭਾ ਵਿਸਫੋਟ। ਕੀ ਮੇਰੇ ਕੋਈ ਚੋਟ ਲੱਗੀ ਸੀ, ਸੱਟ ਲੱਗੀ ਸੀ ਮੇਰੇ, ਜਾਂ ਕੋਈ ਵਿਸਫੋਟ, ਕੋਈ ਫੋੜਾ ਨਿਕਲਿਆ ਸੀ, ਉਹਦਾ ਦਾਗ ਹੈ? ਏਸ ਨਾ ਜਾਮੇ ਕੌਨੇ ਖੋਟ। ਜਿੰਨੇ ਥਾਂ ਤੇ ਆ ਦਾਗ ਬਣਿਆ ਹੋਇਆ, ਉਹਨੇ ਥਾਂ ਤੇ ਕੇਸ ਵੀ ਨਹੀਂ ਉੱਗੇ ਹੋਏ। ਸੁਨ ਰਾਣੀ ਸਭ ਕਹਿਓ ਬਿਰਤੰਤ। ਪੁੱਤਰ ਦਾ ਇਹ ਸਵਾਲ ਸੁਣਿਆ ਤੇ ਸਵਾਲ ਦਾ ਯਥਾਰਥ ਉੱਤਰ ਦਿੰਦਿਆਂ ਹੋਇਆਂ ਇਹਦਾ ਕਾਰਨ ਸਾਰਾ ਹੀ ਮਾਤਾ ਨੇ ਸੁਣਾਇਆ, ਦੱਸਿਆ ਹੈ। ਏਤ ਆਏ ਸਤਿਗੁਰ ਭਗਵੰਤ। ਇਹ ਪੁੱਤਰ, ਖਟ ਭਗਾਂ ਸੰਪੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਨੌਵੇਂ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇੱਧਰ ਆਏ ਸਨ। ਮਦਰ ਦੇਸ਼ ਤੋਂ ਚੱਲ ਕੇ ਪੰਜਾਬ ਚੋਂ ਤੇ ਇੱਧਰ ਉਹ ਅਸਾਮ ਵਿੱਚ ਆਏ ਸੀ। ਤੋਰ ਪਿਤਾ ਗਮਨਿਓ ਤਿਨ ਪਾਸ। ਤੇ ਤੇਰਾ ਪਿਤਾ ਉਹਨਾਂ ਦੇ ਕੋਲ ਗਿਆ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ। ਸੋਤ ਬਾਸ਼ਤ ਕੀਨਸ ਅਰਦਾਸ। ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਪੁੱਤਰ ਦੀ ਮੰਗ ਕੀਤੀ ਸੀ, ਪੁੱਤਰ ਦੀ ਜਾਚਨਾ ਕੀਤੀ ਸੀ। ਸੋਨ ਗੁਰ ਮੋਹਰ ਹੱਥ ਤੇ ਲਾਈ। ਤੇ ਬੇਨਤੀ ਸੁਣ ਕੇ ਸਤਿਗੁਰਾਂ ਦੇ ਹੱਥ ਵਿੱਚ ਮੋਹਰ ਸੀ, ਉਹਨਾਂ ਨੇ ਤੇਰੇ ਪਿਤਾ ਦੇ ਉਰੂ ਦੇ ਉੱਤੇ, ਪੱਟ ਦੇ ਉੱਪਰ ਉਹ ਮੋਹਰ ਲਾ ਦਿੱਤੀ। ਤਿੰਨਤ ਸੋਤ ਹੋਏ ਸਿਰ ਉਪਜਾਈ। ਤੇ ਬਚਨ ਕੀਤਾ, ਰਾਜਨ, ਜਿਹੜਾ ਪੁੱਤਰ ਤੇਰੇ ਘਰੇ ਹੋਵੇਗਾ ਨਾ, ਉਹ ਇਸ ਚਿੰਨ੍ਹ ਵਾਲਾ ਹੋਵੇਗਾ, ਉਹਦੇ ਮੱਥੇ ਤੇ ਇਹ ਚਿੰਨ੍ਹ, ਇਹ ਨਿਸ਼ਾਨ ਹੋਵੇਗਾ ਮੋਹਰ ਦਾ। ਮਹਿ ਪਾਲਕ ਤਨ ਲਾਗੀ ਜੋਈ। ਜਿਹੜੀ ਮਹਿ ਪਾਲਕ ਹੈ ਰਾਜਨ ਰਾਮ, ਤੇਰੇ ਪੱਟ ਦੇ ਉੱਪਰ ਜਿਹੜੀ ਮੋਹਰ ਲੱਗੀ ਹੈ, ਜਿਹੜਾ ਦਾਗ, ਜਿਹੜਾ ਚਿੰਨ੍ਹ ਲੱਗਾ ਹੈ, ਉਹੀ ਦਾਗ ਤੇਰੇ ਪੁੱਤਰ ਦੇ ਮੱਥੇ ਤੇ ਹੋਵੇਗਾ। ਤੋਹੇ ਸੀਸ ਪਰ ਜਨ ਸੋਈ। ਇਹ ਪੁੱਤਰ, ਤੇਰੇ ਸਿਰ ਦੇ ਉੱਤੇ, ਤੇਰੇ ਮੱਥੇ ਤੇ ਜਿਹੜਾ ਦਾਗ ਹੈ ਨਾ, ਉਹੀ ਦਾਗ ਹੈ ਜੋ ਸਤਿਗੁਰਾਂ ਦੇ ਬਚਨਾਂ ਕਰਕੇ ਹੈ। ਤੂੰ ਜਨਮਿਓ ਗੁਰ ਸਿੱਖ ਮਹਾਨਾ। ਹੇ ਪੁੱਤਰ, ਤੂੰ ਬਾਲਕ ਤੋਂ ਹੀ, ਭਾਵ ਜਨਮ ਤੋਂ ਹੀ ਗੁਰਾਂ ਦਾ ਅਨੰਨਿਆ ਪਿਆਰਾ ਸਿੱਖ ਜਨਮਿਆ ਹੈ। ਸਿਰ ਪਰ ਮੋਹਰ ਲੱਗੇ ਤੇ ਜਾਨਾ। ਤੇਰੇ ਸਿਰ ਤੇ ਮੋਹਰ ਲੱਗੀ ਤੋਂ ਇਹ ਗੱਲ ਆਸਾਂ ਜਾਣੀ ਹੈ ਕਿ ਤੂੰ ਜਨਮ ਤੋਂ ਹੀ ਗੁਰਾਂ ਦਾ ਸਿੱਖ ਹੈ। ਨ੍ਰਿਪ ਸੋਤ ਸੁਨ ਕੈ ਮਨ ਬਿਸਮਾਇਓ। ਜਦੋਂ ਰਤਨ ਰਾਏ ਨੇ ਸੁਣਿਆ, ਮਨ 'ਚ ਹੈਰਾਨੀ ਹੋਈ। ਇਹ ਬੜੀ ਅਚਰਜਤਾ ਵਾਲੀ ਗੱਲ ਹੈ ਕਿ ਇੱਕ ਪੁੱਤਰ ਦਾ ਵਰ ਦਿੱਤਾ ਹੈ, ਦੂਜਾ ਪਿਤਾ ਦੇ ਪੱਟ ਤੇ ਨਿਸ਼ਾਨ ਪਾਇਆ ਹੈ, ਫਿਰ ਬਚਨ ਕੀਤਾ ਪੁੱਤਰ ਹੋਵੇਗਾ, ਉਹਦੇ ਮੱਥੇ ਤੇ ਇਹੀ ਚਿੰਨ੍ਹ ਹੋਵੇਗਾ। ਤੇ ਕੇਵਲ ਕਹਿਣ ਮਾਤਰ ਹੀ ਨਹੀਂ, ਹੋਇਆ ਵੀ ਉਸੇ ਹੀ ਤਰ੍ਹਾਂ ਹੈ। ਤੇ ਬੜੀ ਸਮਰੱਥਾ ਵਾਲੀ ਗੱਲ ਹੈ। ਕੋਈ ਬਹੁਤ ਪੈਗੰਬਰੀ ਅਵਤਾਰੀ ਪੁਰਖ ਹੋਣਗੇ ਜਿਨ੍ਹਾਂ ਦੇ ਬਚਨ ਇਸ ਤਰ੍ਹਾਂ ਸੱਤੇ ਹੋਏ ਹੈ। ਇਹ ਤਉ ਅਦਭੁਤ ਹੇਤ ਬਤਾਇਓ। ਕਹਿਣ ਲੱਗਾ, ਮਾਤੇ, ਇਹ ਤਾਂ ਬੜਾ ਅਦੁੱਤੀ ਕਾਰਨ ਤੁਸਾਂ ਦੱਸ ਦਿੱਤਾ। ਮੈਂ ਤੇ ਸੱਟ ਪੇਟ ਹੀ ਸਮਝਦਾ ਸੀ, ਕੋਈ ਸੱਟ ਪੇਟ ਲੱਗੀ ਜਾਂ ਫੋੜਾ ਹੋਇਆ ਹੋਣਾ ਹੈ। ਇਹ ਤੇ ਕਾਰਨ ਹੀ ਬੜਾ ਵੱਡਾ ਤੁਸਾਂ ਦੱਸ ਦਿੱਤਾ ਹੈ। ਹੇ ਜਨਨੀ ਸੋ ਸਤਿਗੁਰ ਕਹਾ। ਸੋ ਇਹ ਮਾਤੇ, ਮੈਂ ਐਸੇ ਸਤਿਗੁਰਾਂ ਦੇ ਦਰਸ਼ਨਾਂ ਦਾ ਅਵਲਾਖੀ ਹੋ ਗਿਆ ਹਾਂ। ਮੈਂ ਐਸੇ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਉਹ ਸਤਿਗੁਰੂ ਜੀ ਹੁਣ ਕਿੱਥੇ ਹਨ? ਜਿਨ ਮੈਂ ਸ਼ਕਤੀ ਪਈਅਤ ਮਹਾ। ਜਿਨ੍ਹਾਂ ਵਿੱਚ ਮਹਾਨ ਵੱਡੀ ਸ਼ਕਤੀ ਪਾਈ ਦੀ ਹੈ।
ਦਰਸ਼ਨ ਕਰਬੇ ਮਨ ਉਮਗਾਇਓ। ਤਿਨਾਂ ਦੇ ਦਰਸ਼ਨ ਕਰਨ ਦਾ ਮੇਰੇ ਮਨ ਵਿੱਚ ਉਤਸ਼ਾਹ ਪੈਦਾ ਹੋਇਆ, ਬੜੀ ਉਮੰਗ ਬਣੀ ਹੈ। ਜਿਨ ਕੇ ਬਾਰ ਤੇ ਮੋਹਿ ਨਿਪਜਾਇਓ। ਜਿਨ੍ਹਾਂ ਦੇ ਵਰ ਕਰਕੇ ਮੇਰਾ ਜਨਮ ਹੋਇਆ, ਜਿਨ੍ਹਾਂ ਦੇ ਵਚਨਾਂ ਕਰਕੇ ਮੇਰਾ ਜਨਮ ਹੋਇਆ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਰਾਨੀ ਕਹਿਓ ਸੋ ਬੈਕੁੰਠ ਗਏ। ਰਾਣੀ ਕਹਿਣ ਲੱਗੀ, ਹੇ ਲਾਲ, ਹੇ ਪੁੱਤਰ, ਉਹ ਤੇ ਬੈਕੁੰਠ ਨੂੰ ਚਲੇ ਗਏ ਹੈ, ਉਹ ਤੇ ਸੱਚਖੰਡ ਨੂੰ ਚਲੇ ਗਏ ਹੈ। ਗਾਦੀ ਪਰ ਤਿਨ ਕੇ ਸੁਤ ਭਏ। ਪਰ ਉਹਨਾਂ ਦੀ ਗੱਦੀ ਦੇ ਉੱਤੇ ਹੁਣ ਉਹਨਾਂ ਦੇ ਪੁੱਤਰ ਸੁਸ਼ੋਭਿਤ ਹਨ। ਜਨਮੇ ਪਟਨੇ ਨਗਰ ਮਝਾਰੀ। ਪਟਨੇ ਨਗਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਪਟਨੇ ਨਗਰ ਦੇ ਵਿੱਚ ਉਹਨਾਂ ਨੇ ਅਵਤਾਰ ਲਿਆ ਹੈ। ਵੱਡੇ ਹੋਏ ਜਬ ਸੁਰਤ ਸੰਭਾਰੀ। ਜਦੋਂ ਵੱਡੇ ਹੋਏ, ਸੁਰਤ ਸੰਭਾਲੀ, 5 ਸਾਲਾਂ ਦੀ ਆਯੂ ਹੋਈ। ਦੇਸ਼ ਪੰਜਾਬ ਹੁਤੋ ਤਿਨ ਕੇਰਾ। ਤੇ ਪੰਜਾਬ ਦੇਸ਼ ਸੀ ਉਹਨਾਂ ਦਾ। ਦੇਸ ਥਲ ਜਾਏ ਟਿਕੇ ਤਿਸ ਬੇਰਾ। ਤੇ ਜਦੋਂ ਸੁਰਤ ਸੰਭਾਲੀ ਤੇ ਉਹ ਇਧਰੋਂ ਚਲੇ ਗਏ ਪਟਨੇ ਤੋਂ ਆਪਣੇ ਦੇਸ਼, ਮਦਰ ਦੇਸ਼ ਪੰਜਾਬ ਨੂੰ, ਤੇ ਉੱਥੇ ਜਾ ਕੇ ਉਹ ਰਹਿਣ ਲੱਗ ਪਏ ਹੁਣ। ਆਪਨ ਦੇਸ਼ ਤੇ ਦੂਰ ਵਡੇਰੇ। ਸੋ ਆਪਣੇ ਦੇਸ਼ ਅਸਾਮ ਦੇਸ਼ ਤੋਂ ਬਹੁਤ ਦੂਰ ਹੈ ਮਦਰ ਦੇਸ਼, ਪੰਜਾਬ ਦੇਸ਼। ਦੇਖੀਅਤ ਗਮਨੇ ਪੰਥ ਕਨੇਰੇ। ਤੇ ਜੇ ਪੰਥ ਰਸਤੇ ਵਿੱਚ ਜਾਈਏ ਤੇ ਕਨੇਰਾ ਲੰਮਾ ਸਮਾਂ ਗੁਜ਼ਰ ਜਾਂਦਾ, ਬਹੁਤ ਦਿਨ ਲੰਘ ਜਾਣਗੇ ਜਾਂਦਿਆਂ। ਨ੍ਰੇਪ ਸੁਤ ਸੁਨਤ ਹਿਰਦੇ ਆਨੰਦ। ਸੁਣ ਕੇ ਰਤਨ ਰਾਏ ਮਨ ਵਿੱਚ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਜਗੀ ਦੇਖਬੇ ਚਾਹੇ ਬਿਲੰਦ। ਤੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਬੜੀ ਚਾਹਨਾ ਲੱਗ ਗਈ, ਮਨ ਵਿੱਚ ਬੜੀ ਉਮੰਗ ਬਣ ਆਈ ਦਰਸ਼ਨਾਂ ਦੀ। ਇਸ ਦਿਨ ਤੇ ਤਿਆਰੀ ਕਰਵਾਵਤ। ਉਸ ਦਿਨ ਤੋਂ ਹੀ ਫਿਰ ਤਿਆਰੀ ਕਰਵਾਉਣ ਲੱਗ ਪਿਆ ਹੈ। ਵਸਤ ਅਜਾਇਬ ਕੋ ਖੁਜਵਾਵਤ। ਬੜੀਆਂ ਅਜੀਬ ਤੇ ਬੜੀਆਂ ਅਸਚਰਜ ਬੇਸ਼ਕੀਮਤੀ ਵਸਤੂਆਂ ਗੁਰੂ ਚਰਨਾਂ ਵਿੱਚ ਭੇਟਾਂ ਕਰਨ ਵਾਸਤੇ ਖੁਜਵਾ ਕੇ ਮੰਗਵਾਉਂਦਾ। ਸੋਹਣੀਆਂ ਸੋਹਣੀਆਂ ਵਸਤੂਆਂ ਜਿਹੜੀਆਂ ਕੁਝ ਤਿਆਰ ਕਰਵਾਈਆਂ ਹਨ, ਕੁਝ ਮੰਗਵਾਈਆਂ ਹਨ। ਜੈਸੇ ਪੰਚਕਲਾ ਸ਼ਸਤਰ ਇਸ ਨੇ ਤਿਆਰ ਕਰਵਾਇਆ। ਜੈਸੇ ਜਿਹੜਾ ਪ੍ਰਸ਼ਾਦੀ ਹਾਥੀ ਗੁਰਾਂ ਕੋਲ ਰਹਿੰਦਾ ਸੀ ਕਲਗੀਆਂ ਵਾਲੇ ਪਾਤਸ਼ਾਹ ਕੋਲ, ਉਹ ਵਿਦੇਸ਼ ਚੋਂ ਭਾਵ ਬਾਹਰਲੇ ਮੁਲਕ ਤੋਂ ਉਹ ਬੇਸ਼ਕੀਮਤੀ ਹਾਥੀ ਇਸ ਨੇ ਮੰਗਵਾਇਆ। ਬੜੇ ਸੋਹਣੇ ਘੋੜੇ ਇਸ ਨੇ ਮੰਗਵਾਏ। ਇੱਕ ਬਹੁਤ ਸੋਹਣੀ ਚੌਂਕੀ ਇਸ ਨੇ ਜਿਹੜੀ ਤਿਲਸਮਾਂ ਵਾਲੀ ਉਹ ਮੰਗਾਈ। ਐਸੀਆਂ ਐਸੀਆਂ ਬੇਸ਼ਕੀਮਤੀ ਵਸਤੂਆਂ ਗੁਰੂ ਚਰਨਾਂ ਵਿੱਚ ਭੇਟਾਂ ਕਰਨ ਵਾਸਤੇ ਰਤਨ ਰਾਏ ਤਿਆਰ ਕਰਵਾ ਰਿਹਾ ਹੈ। ਤੇ ਮਨ ਵਿੱਚ ਬੜੀ ਉਮੰਗ ਹੈ, ਮਨ ਵਿੱਚ ਬੜੀ ਉਤਕੰਠਾ ਹੈ ਦਰਸ਼ਨਾਂ ਦੀ। ਤੇ ਸੋਚਦਾ ਹੈ ਕਿ ਕਦੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਜਿਹੜਾ ਹੈ ਇਹ ਲਾਭ ਮੈਂ ਲੈ ਸਕਾਂਗਾ, ਆਪਣੇ ਨੇਤਰਾਂ ਨੂੰ ਕਦੋਂ ਸਾਰਥਕ ਬਣਾਵਾਂਗਾ ਸਤਿਗੁਰਾਂ ਦੇ ਦਰਸ਼ਨਾਂ ਦਾ ਅੰਮ੍ਰਿਤ ਪਾਨ ਕਰਕੇ। ਇਉਂ ਰਤਨ ਰਾਏ ਅਸਾਮ ਦਾ ਰਾਜਾ, ਜਿਹੜਾ ਰਾਜੇ ਰਾਮ ਦਾ ਪੁੱਤਰ, ਕਲਗੀਆਂ ਵਾਲੇ ਦੇ ਦਰਸ਼ਨ ਕਰਨ ਵਾਸਤੇ ਆਉਣ ਦੀ ਤਿਆਰੀ ਕਰ ਰਿਹਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਇਸ ਦਿਨ ਤੇ ਤਿਆਰੀ ਕਰਵਾਵਤ। ਵਸਤ ਅਜਾਇਬ ਕੋ ਖੁਜਵਾਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।